ਮੁੰਡਾ ਨਹੀਂ ਵੇਖਿਆ ਮਾਪਿਆਂ ਨੇ ਬੇ ਮੈਂ 20 ਕਿੱਲਿਆਂ ਨਾਲ ਵਿਆਹ ਤੀ। ਸਤਿ ਸ੍ਰੀ ਅਕਾਲ ਪੰਜਾਬੀਓ, ਮੈਂ ਤੁਹਾਡਾ ਜਗਰੂਪ ਸਿੰਘ ਮਾਨ ਮੁੜ 2-3 ਦਿਨ ਬਾਅਦ ਫੇਰ ਅੱਜ ਤੁਹਾਡੇ ਦਰਸ਼ਨ ਕਰਨ ਨੂੰ ਜੀ ਕੀਤਾ। ਹਾਜ਼ਰ ਹਾਂ ਅਸੀਂ ਫੇਰ ਸੰਗਰਾਮ ਟੈਲੀਵਿਜ਼ਨ ਪੰਜਾਬ ਤੇ। ਦੋਸਤੋ, ਜੋ ਮੈਂ ਪਹਿਲਾਂ ਲਾਈਨਾਂ ਬੋਲੀਆਂ ਕਿ ਮੁੰਡਾ ਨਹੀਂ ਵੇਖਿਆ ਮਾਪਿਆਂ ਨੇ ਬੇ ਮੈਂ 20 ਕਿੱਲਿਆਂ ਨਾਲ ਵਿਆਹ ਤੀ, ਇੱਕ ਕੜਵੀ ਸੱਚਾਈ 'ਚੋਂ ਉਪਜਿਆ ਇੱਕ ਉਸ ਮੁਟਿਆਰ ਦੇ ਮੂੰਹੋਂ ਨਿਕਲੇ ਸ਼ਬਦ ਨੇ, ਜਿਸ ਨੂੰ ਅੱਜ ਤੋਂ 5-7 10 ਸਾਲ 20 ਸਾਲ 15 ਸਾਲ ਪਹਿਲਾਂ ਸਿਰਫ ਅਨਜੋੜ ਰਿਸ਼ਤਾ ਕਰਕੇ 18 ਜਾਂ 20 22 ਸਾਲ ਦੀ ਕੁੜੀ ਨੂੰ 40 ਜਾਂ 45 ਜਾਂ 50 ਸਾਲ ਦੇ ਕੈਨੇਡੀਅਨ ਲੜਕੇ ਨਾਲ ਜਾਂ ਅੱਧ-ਘੱਟ ਉਮਰ ਦੇ ਬੰਦੇ ਨਾਲ ਸਿਰਫ ਇਸ ਲਈ ਵਿਆਹ ਦਿੱਤਾ ਜਾਂਦਾ ਸੀ ਕਿ ਕੁੜੀ ਬਾਹਰ ਜਾਊਗੀ, ਟੱਬਰ ਦੇ ਸਾਰੇ ਦੀ ਗਰੀਬੀ ਧੋਤੀ ਜਾਊਗੀ। ਦੋਸਤੋ, ਹੋਇਆ ਵੀ ਬਹੁਤ ਕੁਝ ਹੋਇਆ। ਮੈਂ ਪਿਛਲੇ 22-25 ਸਾਲਾਂ ਤੋਂ ਮੈਂ ਵੀ ਪੱਤਰਕਾਰੀ ਦੇ ਖੇਤਰ ਵਿੱਚ ਹਾਂ। ਮੈਂ ਇੱਕ ਮੰਥਲੀ ਮੈਗਜ਼ੀਨ ਨੂੰ ਐਜ ਏ ਸੰਪਾਦਕ ਦੇ ਤੌਰ 'ਤੇ ਲੁਧਿਆਣੇ 8-10 ਸਾਲ ਚਲਾਇਆ। ਇਹ 2001 ਤੋਂ 2005 ਦੀ 98-99 ਦੀ ਉਦੋਂ ਦੀਆਂ ਗੱਲਾਂ ਨੇ। ਬਹੁਤ ਸਾਰੇ ਮੇਰੇ ਕੋਲ ਕੇਸ ਆਏ ਸੀ ਅਨਜੋੜ ਰਿਸ਼ਤਿਆਂ ਦੇ। ਕੁਝ ਕੁੜੀਆਂ ਤਾਂ ਇਹੋ ਜਿਹੀਆਂ ਵੀ ਆਈਆਂ ਸੀ, ਸ਼ਹਿਰੋਂ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ ਸੀ, ਕਿ ਉਹਨਾਂ ਨੂੰ ਉਹਨਾਂ ਦੇ ਹਸਬੈਂਡ 40-40 45-45 50-50 ਸਾਲ ਦੇ ਵਿਆਹ ਕੇ ਲੈ ਗਏ। ਉਹਨਾਂ ਦੀ ਉਮਰ ਸਿਰਫ 18 ਸਾਲ 20 ਸਾਲ 22 ਸਾਲ ਸੀ, ਪਰ ਉਹਨਾਂ ਦੇ ਉੱਥੇ ਜਾ ਕੇ ਉਹਨਾਂ 'ਤੇ ਕੀ ਬੀਤੀ, ਉਹਨਾਂ ਦੇ ਇਸ ਅਨਜੋੜ ਰਿਸ਼ਤੇ ਨੂੰ ਕਿਸ ਕਦਰ ਲੁੱਖੇ ਖਰਾਬੀ ਦਾ ਸਾਹਮਣਾ ਕਰਨਾ ਪਿਆ ਕਿ ਅੱਜ ਉਹ ਕੁੜੀਆਂ, ਕਿਸੇ ਨੇ ਤੀਜੀ ਵਾਰ ਵਿਆਹ ਕਰਾਇਆ, ਕਿਸੇ ਨੇ ਚੌਥੀ ਵਾਰ ਵਿਆਹ ਕਰਾਇਆ ਹੋਇਆ, ਸਿਰਫ ਕਿਉਂਕਿ ਇਹ ਉਹਨਾਂ ਦਾ ਕਸੂਰ ਨਹੀਂ, ਇਹ ਉਹਨਾਂ ਮਾਪਿਆਂ ਦਾ ਕਸੂਰ ਹੈ ਜਿਨ੍ਹਾਂ ਨੇ ਉਹਨਾਂ ਧੀਆਂ ਨੂੰ ਉਸ ਟਾਈਮ ਵਿਆਹਿਆ ਸੀ। ਕੱਚੀ ਉਮਰ 'ਚ 18-19-20 ਸਾਲ ਦੀ ਕੁੜੀ ਨੂੰ ਅੱਧ-ਘੱਟ ਬੰਦੇ ਨਾਲ ਵਿਆਹ ਦੋਗੇ ਤਾਂ ਉਸ ਦਾ ਕੋਈ ਨਾ ਕੋਈ ਤਾਂ ਸਾਈਡ ਇਫੈਕਟ ਪਏਗਾ ਹੀ। ਜਦੋਂ ਉੱਥੇ ਜਾ ਕੇ ਉਹਨਾਂ ਨਾਲ ਨਹੀਂ ਨਿਭੀ, ਇੱਕ ਵਾਰ ਆਪਾਂ ਪੰਜਾਬੀ ਹਾਂ, ਆਪਾਂ ਗੋਰੇ ਤਾਂ ਹੈ ਨਹੀਂ ਵੀ ਆਪਣੇ ਕਰੈਕਟਰ 'ਤੇ ਧੱਬਾ ਨਹੀਂ ਲੱਗਣਾ। ਆਪਾਂ ਪੰਜਾਬੀ ਹਾਂ, ਇੱਕ ਵਾਰ ਕੁੜੀ ਜਾਂ ਮੁੰਡਾ ਮੰਗ ਕੇ ਛੱਡਿਆ ਜਾਵੇ, ਉਹ ਵੀ ਇੱਕ ਕਾਲਾ ਧੱਬਾ ਸਮਝਿਆ ਜਾਂਦਾ ਜ਼ਿੰਦਗੀ ਵਿੱਚ ਵੀ, ਯਾਰ ਇਹ ਛੱਡਿਆ ਹੋਇਆ, ਇਹਦਾ ਮੰਗਣਾ ਹੋਇਆ ਸੀ ਪਹਿਲਾਂ, ਕਾਹਦੋਂ ਛੱਡਿਆ ਗਿਆ, ਹਾਲਾਂਕਿ ਕੋਈ ਰੀਜਨ ਹੋਵੇ ਚਾਹੇ ਨਾ ਹੋਵੇ। ਅੱਜ ਉਹੀ ਵਿਸ਼ਾ ਫੇਰ 10-15-12 ਸਾਲ ਬਾਅਦ ਮੈਂ ਤੁਹਾਡੇ ਨਾਲ ਛੇੜਨ ਜਾ ਰਿਹਾ ਕਿ ਅਨਜੋੜ ਰਿਸ਼ਤੇ। ਇਹ ਅੱਜ ਗੱਲ ਇਸ ਕਰਕੇ ਛਿੜੀ ਕਿ ਧਨੌਲੇ ਦੇ ਲਾਗਲੇ ਜਿਹੜਾ ਪਿੰਡ ਦਾ ਇੱਕ ਮੁੰਡਾ ਲਵਪ੍ਰੀਤ, ਉਹਨੇ ਆਤਮ ਹੱਤਿਆ ਕੀਤੀ ਹੈ। ਇਹ ਕੇਸ ਭਾਵੇਂ ਉਮਰ ਦੇ ਪੱਖੋਂ ਅਨਜੋੜ ਤਾਂ ਨਹੀਂ, ਪਰ ਸਿਰਫ ਕੁੜੀਆਂ ਜਿਹੜੀਆਂ ਅਸੀਂ ਵਿਆਹੁੰਦੇ ਹਾਂ ਆਈਲੈਟਸ ਕਰਕੇ, ਸਾਨੂੰ ਸਿਰਫ ਉੱਥੋਂ ਇਸ ਤਰ੍ਹਾਂ ਇਹ ਦਿਖਦਾ ਕਿ ਅਸੀਂ ਮੁੰਡਾ ਉਹ ਲੱਭੀਏ ਜਿਹੜਾ 25-30-40 ਲੱਖ ਲਾ ਸਕਦਾ ਹੋਵੇ। 18 ਸਾਲ ਦੀ ਕੁੜੀ, 19 ਜਾਂ 20-22 ਸਾਲ ਦਾ ਮੁੰਡਾ, ਚਲੋ ਕਈ ਵਾਰ ਤਾਂ 19-20 ਸਾਲ ਦੇ ਮੁੰਡੇ ਹੀ ਬਹਿ ਜਾਂਦੇ ਨੇ, ਪਰ ਇਹ ਗੱਲ ਦਾ ਮਕਸਦ ਇਹ ਹੈ ਕਿ ਇਹ ਰਿਸ਼ਤੇ ਟੁੱਟਦੇ ਕਿਉਂ ਨੇ। ਲਵਪ੍ਰੀਤ ਦੀ ਜਿਹੜੀ ਮੌਤ ਆ, ਜਿਹੜੀ ਉਹਦੀ ਆਤਮ ਹੱਤਿਆ, ਉਹ ਕੇਸ ਇੰਨਾ ਕੁ ਫੈਲ ਗਿਆ ਕਿ ਅੱਜ ਲਗਭਗ 200 ਦੇ ਕਰੀਬ ਆਈਲੈਟਸ ਜਿਹੜੀਆਂ ਕਰਕੇ ਕੁੜੀਆਂ ਕੈਨੇਡਾ ਅਮਰੀਕਾ ਕਿਤੇ ਹੋਰ ਗਈਆਂ ਹੋਈਆਂ, ਉਹਨਾਂ ਦੇ ਪੀੜਤ 200 ਦੇ ਕਰੀਬ ਮੁੰਡਿਆਂ ਦੇ ਪਰਿਵਾਰ ਸਾਹਮਣੇ ਆ ਕੇ ਪ੍ਰੈਸ ਦੇ ਅਖਬਾਰਾਂ ਦੇ ਉਹ ਆ ਕੇ ਆਪਣਾ ਦੁੱਖ ਵੀ ਦੱਸ ਰਹੇ ਨੇ ਕਿ ਸਾਡੇ ਨਾਲ ਵੀ ਇਸ ਤਰ੍ਹਾਂ ਹੀ ਬੀਤੀ। ਇਸ ਤਰ੍ਹਾਂ ਕਿਉਂ ਹੋ ਰਿਹਾ? ਤੇ ਇਸ ਵਿਸ਼ੇ ਨੂੰ ਇੰਨੀ ਗੰਭੀਰਤਾ ਨਾਲ ਲੈਣ ਦੇ ਲਈ ਮੈਡਮ ਮਨੀਸ਼ਾ ਗੁਲਾਟੀ ਦਾ ਵੀ ਧੰਨਵਾਦ, ਜਿਹੜੇ ਪੰਜਾਬ ਵਿੱਚ ਚੇਅਰਮੈਨ ਨੇ ਵੂਮਨ ਦੇ ਕਮਿਸ਼ਨ ਦੇ। ਉਹ ਖੁਦ ਉਸ ਲੜਕੇ ਦੇ ਘਰ ਚੱਲ ਕੇ ਗਏ, ਔਰ ਉਹਨਾਂ ਨੇ ਇਹ ਵੀ ਅੱਜ ਇਹ ਬਿਆਨ ਦਿੱਤਾ ਕਿ ਉਹ ਬਿਆਨਤ ਕੌਰ ਜਿਹੜੀ ਉਹ ਕੁੜੀ ਆ, ਉਸ ਨੂੰ ਵਾਪਸ ਪੰਜਾਬ ਆਉਣਾ ਪਏਗਾ। ਕਮਿਸ਼ਨ ਉਸ ਨੂੰ ਜਵਾਬਦੇਹੀ ਕਰਨ ਲਈ ਪੰਜਾਬ ਬੁਲਾਏਗਾ। ਅਸੀਂ ਕਿਸ ਪਾਸੇ ਤੁਰ ਗਏ ਹਾਂ? ਕੁਝ ਸਮਾਂ ਪਹਿਲਾਂ ਅਸੀਂ ਪੈਸੇ ਲੈ ਕੇ, ਝੂਠੇ ਵਿਆਹ ਕਰਕੇ, ਪੈਲਸਾਂ ਵਿੱਚ, ਗੁਰਦੁਆਰਿਆਂ ਵਿੱਚ, ਜਿਵੇਂ ਕਹਿੰਦਾ ਵੀ ਸੌਦੇਬਾਜ਼ੀ ਕਰਕੇ ਅਸੀਂ ਕੁੜੀਆਂ ਵਿਆਹ ਕੇ, ਆਪਣੀਆਂ ਨੂੰਹਾਂ ਵਿਆਹ ਕੇ ਕੈਨੇਡਾ ਪਹੁੰਚੀਆਂ, ਕੈਨੇਡਾ ਭੇਜੀਆਂ। ਮੇਰੀ ਜਾਣਕਾਰੀ ਵਿੱਚ ਤਾਂ ਇਹੋ ਜਿਹੇ ਲੋਕ ਨੇ ਕਿ ਜਿਨ੍ਹਾਂ ਨੇ ਆਪਣੀ ਨੂੰਹ ਨੂੰ ਕਿਸੇ ਹੋਰ ਬਾਹਰੋਂ ਆਏ ਇੱਕ ਬੰਦੇ ਨਾਲ 2 ਨੰਬਰ 'ਚ ਵਿਆਹ ਕੀਤਾ, ਲੁਧਿਆਣੇ ਇੱਕ ਪੈਲਸ ਦੇ ਵਿੱਚ। ਉੱਥੇ ਬਰਾਤੀ ਵੀ ਕਿਰਾਏ ਦੇ, ਉੱਥੇ ਜਿਹੜੇ ਕਹਿੰਦੇ ਨੇ ਆਪਾਂ ਵੇਟਰ ਤਾਂ ਚਲੋ ਕਿਰਾਏ ਦੇ ਹੋਣਗੇ, ਜੋ ਆਪਣੇ ਬਰਾਤੀ ਕਿਰਾਏ ਦੇ ਹੋ ਗਏ, ਜੋ ਰਿਸ਼ਤੇਦਾਰ ਉਹ ਵੀ ਸਾਰੇ ਕਿਰਾਏ ਦੇ। ਉਸ ਟਾਈਮ ਸਾਰਿਆਂ ਨੂੰ 500 ਜਾਂ 1000 ਰੁਪਈਆ ਦਿੱਤਾ ਗਿਆ। ਠੀਕ ਆ, ਉਹ ਅੱਜ ਪਰਿਵਾਰ ਸੈੱਟ ਨੇ, ਪਰ ਤੁਸੀਂ ਸੌਦੇਬਾਜ਼ੀ ਕਰਕੇ ਜ਼ਿੰਦਗੀ ਸੈੱਟ ਤਾਂ ਕਰ ਸਕਦੇ ਹੋ। ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਦੋਂ ਤੁਸੀਂ ਆਨੰਦ ਕਾਰਜ ਕਰ ਸਕਦੇ ਹੋ, ਕਿ ਉਹ ਆਨੰਦ ਕਾਰਜ ਵੀ ਝੂਠੇ ਹੁੰਦੇ ਨੇ?
ਜਦੋਂ ਅਸੀਂ ਗੁਰੂ ਤੋਂ ਬੇਮੁਖ ਹੋ ਕੇ ਅਜਿਹੇ ਕਦਮ ਚੱਕਾਂਗੇ ਤਾਂ ਇਹ ਅਣਹੋਣੀਆਂ ਤਾਂ ਹੋਣਗੀਆਂ ਹੀ ਹੋਣਗੀਆਂ। ਲਵਪ੍ਰੀਤ ਗਲਤ ਆ ਜਾਂ ਉਹ ਬੇਅੰਤ ਕੌਰ ਗਲਤ ਹੈ। ਲਵਪ੍ਰੀਤ ਤਾਂ ਵਿਚਾਰਾ ਇਸ ਦੁਨੀਆ ਤੋਂ ਚਲਾ ਗਿਆ, ਉਹਦੇ ਨਾਲ ਕੀ ਬੀਤੀ ਕੀ ਨਹੀਂ ਬੀਤੀ ਇਹ ਉਹ ਜਾਣਦਾ, ਜਾਂ ਉਹਦਾ ਪਰਿਵਾਰ ਜਾਣਦਾ, ਜਾਂ ਬੇਅੰਤ ਕੌਰ ਜਾਣਦੀ ਆ। ਪਰ ਅੱਜ ਇੱਕ ਮੁੱਦਾ ਖੜਾ ਹੋ ਗਿਆ, ਬੇਅੰਤ ਕੌਰ ਦੇ ਹੱਕ ਵਿੱਚ ਇੱਕ ਦੋ ਬੰਦੇ ਵੀ ਬੋਲੇ, ਬਹੁਤੇ ਉਸ ਕੁੜੀ ਦੇ ਵਿਰੁੱਧ ਹੀ ਬੋਲੇ ਕਿ ਕੁੜੀ ਬਹੁਤ ਗਲਤ ਕਰ ਰਹੀ ਹੈ। ਕੁੜੀਆਂ ਅਕਸਰ ਇਹੋ ਜਿਹੇ ਕਦਮ ਕਿਉਂ ਉਠਾਉਂਦੀਆਂ ਬਾਹਰ ਜਾ ਕੇ? ਇਸ ਦਾ ਸਭ ਤੋਂ ਵੱਡਾ ਕਾਰਨ ਇਹ ਆ, ਜਦੋਂ 18, 19, 20 ਸਾਲ ਦੇ ਬੱਚੇ ਨੂੰ ਅਸੀਂ ਵਿਆਹ ਦਿੰਦੇ ਹਾਂ, ਉਸ ਨੂੰ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬਿਆਂ ਦੀ ਸਾਂਝ ਨਹੀਂ ਹੁੰਦੀ, ਉਹਨੂੰ ਰਿਸ਼ਤਿਆਂ ਦੀ ਅਹਿਮੀਅਤ ਨਹੀਂ ਪਤਾ ਹੁੰਦਾ, ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰਾ ਇਸ ਬੰਦੇ ਨਾਲ ਕੀ ਰਿਸ਼ਤਾ। ਹਾਂ ਠੀਕ ਆ, ਕਿਤੇ ਨਾ ਕਿਤੇ ਉਹਦੇ ਮਨ ਵਿੱਚ ਇਹ ਆਉਂਦਾ ਕਿ ਉਹਨੇ ਪੈਸੇ ਲਾਏ ਨੇ ਆਪਣੇ ਕੈਨੇਡਾ ਜਾਣ ਨੂੰ, ਜਰੀਆ ਉਹਨੇ ਮੈਨੂੰ ਵਰਤਿਆ ਕਿਉਂਕਿ ਮੈਂ ਆਈਲੈਟਸ ਕੀਤੀ ਹੋਈ ਸੀ, ਉਹ ਆਈਲੈਟਸ ਨਹੀਂ ਕਰ ਸਕਦਾ ਸੀ। ਪਰ ਮੇਰੀ ਉਹ ਧੀਓ, ਮੇਰੀ ਉਹ ਭੈਣੋ, ਠੀਕ ਆ ਤੁਸੀਂ ਰਿਸ਼ਤਾ ਕੀਤਾ, ਪੈਸੇ ਲਵਾਏ, ਜਾਂ ਤਾਂ ਉਹਦੇ ਨਾਲ ਪਹਿਲਾਂ ਗੱਲ ਕਰ ਲਓ ਕਿ ਭਾਈ 30, 35, 40 ਲੱਖ ਲਾ ਤੂੰ ਸਾਨੂੰ ਉੱਥੇ ਤੈਨੂੰ ਪਹੁੰਚਾ ਦਾਂਗੇ। ਪਰ ਨੌਬਤ ਇਸ ਕਦਰ ਇਸ ਹੱਦ ਤੱਕ ਆ ਗਈ ਕਿ ਸਾਡੇ ਮੁੰਡਿਆਂ ਨੂੰ ਮਰਨਾ ਪੈ ਰਿਹਾ, ਆਤਮ ਹੱਤਿਆ ਕਰਨੀਆਂ ਪੈ ਰਹੀਆਂ। ਕੋਈ ਕਹਿੰਦਾ ਮੈਂ ਡਿਪਰੈਸ਼ਨ ਵਿੱਚ ਹਾਂ। ਸਾਡੇ ਚੈਨਲ ਨੂੰ ਲਾਂਚ ਨੂੰ ਭਾਵੇਂ ਥੋੜ੍ਹਾ ਸਮਾਂ ਹੋਇਆ, ਪਰ ਇਹਨਾਂ ਦਿਨਾਂ ਦੌਰਾਨ ਹੀ ਸਾਨੂੰ ਦਰਜਨ ਦੇ ਕਰੀਬੇ ਫੋਨ ਆਏ ਕਿ ਸਾਡੇ ਨਾਲ ਵੀ ਇਸ ਤਰ੍ਹਾਂ ਬੀਤੀ ਹੈ, ਸਾਡੇ ਨਾਲ ਵੀ ਇਸ ਤਰ੍ਹਾਂ ਬੀਤੀ ਹੈ। ਕਿਹਦਾ ਦੁੱਖ ਦੱਸੀਏ, ਕਿਹਦੇ ਜਿਵੇਂ ਕਹਿੰਦੇ ਵੀ ਆਪਣਾ ਕਿਵੇਂ ਚੱਕਿਆ, ਆਪਣਾ ਹੀ ਢਿੱਡ ਨੰਗਾ ਹੁੰਦਾ। ਸਭ ਤੋਂ ਵੱਡੀ ਗਲਤੀ ਅਸੀਂ ਮਾਂ ਪਿਓ ਨੂੰ ਮੰਨਦੇ ਹਾਂ ਕਿ ਤੁਸੀਂ ਅਨਜੋੜ ਰਿਸ਼ਤੇ, ਪਹਿਲਾਂ ਉਮਰਾਂ ਦੇ ਅਨਜੋੜ ਰਿਸ਼ਤੇ ਤੁਸੀਂ ਬਣਾਉਂਦੇ ਰਹੇ, ਫਿਰ ਤੁਸੀਂ ਧੀਆਂ ਨੂੰ ਪੌੜੀ ਬਣਾ ਕੇ ਕੈਨੇਡਾ ਅਮਰੀਕਾ ਪਰਿਵਾਰ ਸੈੱਟ ਕਰਨ ਦੇ ਲਈ ਉਹਨਾਂ ਨੂੰ ਪੌੜੀ ਬਣਾ ਕੇ ਵਰਤਿਆ। 18, 20 ਸਾਲ ਦੀਆਂ ਕੁੜੀਆਂ ਨੂੰ 45, 50 ਸਾਲ ਦੇ ਤੁਹਾਡੇ ਲਈ ਮੁੰਡੇ ਹੋਣਗੇ, ਪਰ ਅੱਧ ਘੜਨਾ ਬੰਦਿਆਂ ਨਾਲ ਵਿਆਹਿਆ ਸਿਰਫ ਇਸ ਕਰਕੇ ਕਿ ਉਹ ਸਾਨੂੰ ਕੈਨੇਡਾ ਲੈ ਕੇ ਜਾਣਗੇ। ਸਿਰਫ ਕੈਨੇਡਾ ਦੇ ਲਾਲਚ ਵਿੱਚ ਸਾਡੇ ਪੰਜਾਬੀਆਂ ਨੇ ਆਪਣੀ ਹੋਂਦ ਨੂੰ ਇਸ ਕਦਰ ਖਾਸੀਅਤ ਲਾ ਕੇ ਖੜਾ ਕਰ ਦਿੱਤਾ ਕਿ ਅੱਜ ਪੰਜਾਬੀਆਂ ਦੀ ਜ਼ਿੰਦਗੀ ਦੇ ਬਦਨੁਮਾ ਧੱਬਾ ਬਣ ਗਿਆ। ਅਣਜੋੜ ਵਿਆਹਾਂ ਦਾ ਧੱਬਾ, ਪੈਸੇ ਲੈ ਕੇ ਸੌਦੇਬਾਜ਼ੀ ਕਰਕੇ ਵਿਆਹ ਕਰਨ ਦਾ ਧੱਬਾ, ਤੇ ਹੁਣ ਜਿਹੜੀਆਂ ਆਈਲੈਟਸ ਵਾਲੀਆਂ ਕੁੜੀਆਂ ਜਿਨ੍ਹਾਂ ਦੀ ਪੀੜਤ ਮੁੰਡਿਆਂ ਦੀ ਗਿਣਤੀ 200 ਪਲੱਸ ਹੋ ਗਈ, ਖਬਰਾਂ ਅਨੁਸਾਰ ਦੱਸਿਆ ਜਾਂਦਾ ਵੀ 200 ਪਲੱਸ ਹੋ ਗਈ, ਉਹਨਾਂ ਦਾ ਇੱਕ ਧੱਬਾ ਵੀ ਸਾਡੇ 'ਤੇ ਲੱਗ ਗਿਆ। ਆਖਰ ਇਹਦਾ ਕੀ ਹੱਲ ਹੋਏਗਾ? ਕੀ ਅਸੀਂ ਆਪਣੀਆਂ ਜ਼ਮੀਨਾਂ ਇੰਨੀਆਂ ਮਾਰ ਚੁੱਕੇ ਹਾਂ? ਕੀ ਅਸੀਂ ਸਿਰਫ ਪੈਸੇ ਲਈ ਕੰਮ ਕਰਦੇ ਹਾਂ? ਕੀ ਸਿਰਫ ਅਮਰੀਕਾ ਕੈਨੇਡਾ ਪਹੁੰਚਣ ਦੇ ਲਈ ਅਸੀਂ ਆਪਣੇ ਆਪ ਨੂੰ ਇੰਨਾ ਗੇਰ ਲਿਆ, ਆਪਣਾ ਇੰਨਾ ਥੱਲੇ ਸੁੱਟ ਲਿਆ? ਭਲੇ ਮਾਨਸੋ ਹੈ ਤਾਂ ਉਹ ਵੀ ਇੱਕ ਦੇਸ਼ ਹੀ, ਲੋਕ ਹੀ ਰਹਿੰਦੇ ਨੇ ਉੱਥੇ ਕਿਹੜਾ ਬਿਨਾਂ ਕੰਮ ਕਰੇ ਪੈਸੇ ਮਿਲ ਜਾਂਦੇ? ਕੰਮ ਤਾਂ ਉੱਥੇ ਜਾ ਕੇ ਵੀ ਕਰਨਾ ਪੈਣਾ। ਹਾਲਾਂਕਿ ਇੱਥੇ ਨਾਲੋਂ ਉੱਥੇ ਜ਼ਿੰਦਗੀ ਬਹੁਤ ਟਫ ਹੈ, ਬਹੁਤ ਔਖੀ ਹੈ। ਜਾਓ ਕੈਨੇਡਾ, ਅਮਰੀਕਾ, ਇੰਗਲੈਂਡ ਜੰਮ ਜਾਓ, ਪਰ ਆਪਣੇ ਰਿਸ਼ਤਿਆਂ ਦੀ ਬੇਹਰਮਤੀ ਨਾ ਕਰੋ, ਆਪਣੇ ਪਰਿਵਾਰਾਂ ਦੀ ਇਸ ਤਰ੍ਹਾਂ ਸੜਕਾਂ 'ਤੇ ਨਾ ਰੋੜੋ, ਆਪਣੇ ਇੱਜ਼ਤਦਾਰ ਬਜ਼ੁਰਗ ਮਾਂ ਬਾਪਾਂ ਨੂੰ ਇਹਨਾਂ TV ਚੈਨਲਾਂ ਦੀਆਂ ਸਕਰੀਨਾਂ 'ਤੇ ਦੁਹਾਈਆਂ ਪਾਉਂਦੇ ਨਾ ਦਿਖਾਓ। ਜਦੋਂ ਦੁੱਖ ਦੱਸਦੇ ਨੇ ਚੈਨਲ ਦੀ ਬੇਸ਼ੱਕ TRP ਬਣ ਜਾਂਦੀ ਹੈ, ਪਰ ਉਸ ਪਰਿਵਾਰ ਦਾ ਦੁੱਖ ਦੇਖੋ ਜਿਹਦੇ ਨਾਲ ਇਹ ਬੀਤੀ ਹੈ। ਠੀਕ ਆ, ਬੇਅੰਤ ਕੌਰ ਦੀ ਗੱਲ ਫਿਰ ਆਪਾਂ ਲੈਂਦੇ ਹਾਂ। ਬੇਅੰਤ ਕੌਰ ਨੇ ਜੋ ਉਹਦੇ ਨਾਲ ਕੀਤੀ ਮਾੜਾ ਹੋਇਆ, ਬਹੁਤ ਮਾੜਾ ਹੋਇਆ। ਪਰ ਬੇਅੰਤ ਕੌਰ ਦੇ ਪਰਿਵਾਰ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨੇ ਕਿੰਨੇ ਚਾਵਾਂ ਨਾਲ ਧੀ ਵਿਆਹੀ ਸੀ। ਅੱਜ ਪਹਿਲਾਂ ਤਾਂ ਉਹ ਆਪਣੇ ਜਵਾਈ ਦੀ ਅਰਥੀ ਨੂੰ ਮੋਢਾ ਦੇ ਕੇ ਆਏ ਨੇ, ਜਵਾਈ ਨੂੰ ਸੰਸਕਾਰ ਕਰਵਾ ਕੇ ਆਏ ਨੇ, ਫਿਰ ਉਹਨਾਂ ਦੀ ਧੀ ਦੇ ਜੋ ਲੱਗਦੇ ਇਲਜ਼ਾਮਾਂ ਨੇ ਉਹਨਾਂ ਨੂੰ ਜਿਉਣਾ ਦੁੱਭਰ ਕਰ ਦਿੱਤਾ। ਉਹਨਾਂ ਦਾ ਫਾਦਰ ਸਾਹਿਬ ਸਕਰੀਨ ਤੇ TV ਚੈਨਲ ਤੇ ਰੋ ਕੇ ਕਹਿ ਰਿਹਾ ਕਿ ਸਾਡੀ ਧੀ ਦਾ ਕੋਈ ਕਸੂਰ ਨਹੀਂ, ਅਸੀਂ ਤਾਂ ਪਹਿਲਾਂ ਨਾਲੋਂ ਹੀ ਪੱਟੇ ਗਏ, ਇੱਕ ਸਾਡਾ ਜਵਾਈ ਚਲੇ ਗਿਆ, ਉਲਟਾ ਸਾਡੀ ਧੀ ਵੀ ਐਂ ਲੱਗਦਾ ਸਾਨੂੰ ਵੀ ਉਹਨੇ ਵੀ ਨਹੀਂ ਰਹਿਣਾ। ਦੁੱਖ ਜਿਸ ਦਾ ਜਾਂਦਾ ਉਸ ਨੂੰ ਹੁੰਦਾ ਏ। ਠੀਕ ਆ, ਸਾਡਾ ਗਿਆ ਸਾਨੂੰ ਦੁੱਖ ਆ, ਸਾਡੇ ਦੁਸ਼ਮਣ ਦਾ ਗਿਆ ਸਾਡੇ ਦੁਸ਼ਮਣ ਨੂੰ ਹੀ ਸਾਡੇ ਜਿੰਨਾ ਹੀ ਦੁੱਖ ਆ। ਹਰ ਬੰਦੇ ਦਾ ਆਪਣਾ ਇੱਕ ਦੁੱਖ ਆ, ਹਰ ਬੰਦੇ ਦਾ ਆਪਣਾ ਇੱਕ ਰਿਸ਼ਤਾ ਆਪਣੇ ਪਰਿਵਾਰ ਨਾਲ। ਜਦੋਂ ਮਾਂ ਬਾਪ ਰਿਸ਼ਤੇ ਕਰਦੇ ਨੇ ਪਤਾ ਨਹੀਂ ਕੀ ਸੋਚ ਸਾਚ ਕੇ ਕਰਦੇ ਨੇ, ਸ਼ਾਇਦ ਉਹ ਚੰਗੇ ਨਹੀਂ ਕਰਦੇ ਨੇ, ਪਰ ਇਹਨਾਂ ਦਾ ਇਲਜ਼ਾਮ ਇੰਨਾ ਗਲਤ ਹੋਊ, ਇੰਨਾ ਭੈੜਾ ਹੋਊ, ਇਹ ਕਦੇ ਕਿਸੇ ਨੇ ਸੋਚਿਆ ਨਹੀਂ ਸੀ। ਪਰ ਅੱਜ ਕੁੜੀਆਂ ਆਈਲੈਟਸ ਕਰਨ ਵਾਲੀਆਂ ਤੋਂ ਜਿਹੜੇ ਪੀੜਤ ਮੁੰਡਿਆਂ ਦੀ ਗਿਣਤੀ ਵਿੱਚ ਜੋ ਬੇਤਹਾਸ਼ਾ ਵਾਧਾ ਹੋ ਰਿਹਾ, ਇਹਦਾ ਅੰਜਾਮ ਪਤਾ ਨਹੀਂ ਕੀ ਹੋਊਗਾ, ਇਹਦਾ ਅੰਤ ਪਤਾ ਨਹੀਂ ਕੀ ਹੋਊਗਾ। ਔਰ ਮੈਨੂੰ ਤਾਂ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਜਿਹੜਾ ਧੰਦਾ, ਮੈਂ ਧੰਦਾ ਹੀ ਆਖੂੰਗਾ, ਇਹ ਧੰਦਾ ਜਾਂ ਬਿਜ਼ਨਸ, ਆਈਲੈਟਸ ਵਾਲੀ ਕੁੜੀ ਲੱਭੋ, ਗਰੀਬ ਪਰਿਵਾਰ ਦੀ ਹੋਵੇ, ਜਾਤ ਬਰਾਦਰੀ ਨਥਿੰਗ। ਚਲੋ ਇੱਕ ਗੱਲ ਤਾਂ ਵਧੀਆ ਹੋਈ ਕਿ ਆਈਲੈਟਸ ਦੇ 7-6 ਬੈਂਡਾਂ ਨੇ ਸਾਡੇ ਪੰਜਾਬੀਆਂ ਨੂੰ ਆਪਣੀ ਉਹ ਫੋਕੀ ਔਕਾਤ, ਫੋਕੀ ਅਣਖ ਤੋਂ ਕਿਨਾਰਾ ਤਾਂ ਦਵਾ ਦਿੱਤਾ।
ਜਿਹਦੇ ਲਈ ਉਹ ਜਾਤ ਪਾਤ ਪਰਖਦੇ ਸੀ, ਰਿਸ਼ਤਾ ਕਰਨ ਲੱਗਾ, ਚਾਰ ਚਾਰ ਗੋਤ ਦੇਖੇ ਜਾਂਦੇ ਸੀ। ਪਰ ਉਹ ਵੀ ਸਾਡਾ ਇੱਕ ਕਲਚਰ ਸੀ, ਚਾਰ ਗੋਤ ਦੇਖਣਾ ਵੀ ਸਾਡਾ ਇੱਕ ਸੱਭਿਆਚਾਰ ਸੀ, ਸਾਡਾ ਇੱਕ ਕਲਚਰ ਸੀ। ਸਾਡੇ ਬਜ਼ੁਰਗ ਮਾਂ ਬਾਪ ਬੜਾ ਦੇਖ ਸਮਝ ਕੇ ਕਰਦੇ ਹੁੰਦੇ ਸੀ। ਉਦੋਂ ਲੜਕੇ ਨੂੰ ਜ਼ਮੀਨ ਦੇਖੀ ਜਾਂਦੀ ਸੀ। ਲੜਕੇ ਨੂੰ ਜ਼ਮੀਨ ਦੇਖਣ ਪਿੱਛੇ ਵੀ ਇੱਕ ਕਹਿੰਦੇ ਵੀ ਉਹਦੇ ਵਿੱਚ ਨਾ ਇੱਕ ਤਰਕ ਸੀ ਉਹਦੇ ਵਿੱਚ ਇੱਕ ਵੀ ਜੇ ਮੰਨ ਲਓ ਰੱਬ ਨਾ ਕਰੇ ਕੱਲ੍ਹ ਨੂੰ ਉਹ ਲੜਕੇ ਨੂੰ ਕੁਛ ਹੋ ਗਿਆ, ਸਾਡੀ ਕੁੜੀ ਵਿਆਹੀ ਜਾਵੇ, ਤਾਂ ਘੱਟੋ ਘੱਟ ਕੁੜੀ ਬਾਅਦ ਵਿੱਚ ਬੈਠ ਕੇ ਰੋਟੀ ਤਾਂ ਖਾਂਦੀ ਆ। ਪਰ ਅੱਜ ਜਿਹੜੀਆਂ ਕੁੜੀਆਂ ਕੈਨੇਡਾ ਆਈਲੈਟਸ ਕਰਨ ਗਈਆਂ ਨੇ, ਉਹ ਏਅਰਪੋਰਟ ਤੋਂ ਉਤਰਨ ਸਾਰ ਉਹਨਾਂ ਦਾ ਰੰਗ ਰੂਪ, ਉਹਨਾਂ ਦਾ ਪਹਿਰਾਵਾ ਜੋ ਪੰਜਾਬ ਵਾਲਾ ਸਭ ਖੰਭ ਲਾ ਕੇ ਉੱਡ ਜਾਂਦਾ। ਚੁੰਨੀਆਂ ਕਿਤੇ ਉੱਡ ਜਾਂਦੀਆਂ, ਉਹਨਾਂ ਦੀ ਸਲਵਾਰਾਂ ਕਿਤੇ, ਸਲਵਾਰਾਂ ਦੀ ਜਗ੍ਹਾ ਜੀਨਾਂ ਆ ਜਾਂਦੀਆਂ ਨੇ, ਕੈਪਰੀਆਂ ਆ ਜਾਂਦੀਆਂ ਨੇ, ਟੀ-ਸ਼ਰਟ ਆ ਜਾਂਦੀਆਂ ਨੇ। ਚਲੋ ਇਹ ਉਹਨਾਂ ਦਾ ਆਪਣਾ ਮੁੱਦਾ, ਤੁਸੀਂ ਕਿਸ ਤਰ੍ਹਾਂ ਰਹਿਣਾ ਕਿਸ ਤਰ੍ਹਾਂ ਨਹੀਂ ਰਹਿਣਾ। ਪਰ ਜਦੋਂ ਉਹੀ ਕੁੜੀਆਂ ਪੰਜਾਬ ਵਿਆਹ ਕਰਾਉਣ ਦੀ ਗੱਲ ਚੱਲਦੀ ਆ ਵੀ ਸਾਡਾ ਮੁੰਡਾ ਬਾਹਰਲੀ ਕੁੜੀਆਂ ਵਿਆਹੁਣਾ, ਤਾਂ ਆਈਲੈਟਸ ਕਰੀਆਂ ਕੁੜੀਆਂ ਦੀ ਉਹਨਾਂ ਦੇ ਮਾਂ ਪਿਓ ਦੀ ਇਹ ਡਿਮਾਂਡ ਹੈ ਕਿ ਮੁੰਡਾ ਘੱਟੋ ਘੱਟ ਪੰਜਾਬ ਵਿੱਚ 15 ਜਾਂ 20 ਕਿੱਲੇ ਦਾ ਮਾਲਕ ਹੋਵੇ। ਕੁੜੀ ਪਹਿਲਾਂ ਮੁੰਡੇ ਦੇ ਮਾਂ-ਬਾਪ ਨੂੰ ਨਹੀਂ ਲੈ ਕੇ ਜਾਊ, ਕੁੜੀ ਪਹਿਲਾਂ ਆਪਣੇ ਮਾਂ-ਬਾਪ ਨੂੰ ਬਾਹਰ ਲੈ ਕੇ ਜਾਊ। ਇਹੋ ਜਿਹੀਆਂ ਸ਼ਰਤਾਂ ਰੱਖਦੀਆਂ ਸਾਡੀਆਂ ਧੀਆਂ ਕੈਨੇਡਾ ਪਹੁੰਚ ਕੇ। ਮੁੰਡਾ ਤਾਂ ਸਾਨੂੰ ਚਾਹੀਦਾ 25 ਕਿੱਲੇ ਵਾਲਾ, ਪਰ ਮੁੰਡੇ ਵਾਲੇ ਸਾਤੋਂ ਦਾਜ ਨਾ ਮੰਗਣ। ਕਿਉਂ ਬਈ? ਤੁਸੀਂ ਤਾਂ ਮੁੰਡੇ ਦੀਆਂ ਫਰਦਾਂ ਬਣਾਉਣ ਤੱਕ ਜਾਂਦੇ ਹੋ ਯਾਰ, ਵੀ ਕਿੰਨੀ ਜ਼ਮੀਨ ਆ, ਕਿੰਨੀ ਫੱਕ ਆ, ਕਿੰਨੀ ਵਿੱਚ ਭਾਰ ਆ, ਕਿੰਨੇ ਦੇ ਕਰਜ਼ਾ ਏ। ਜਾਂ ਥੋਤੋਂ ਮੁੰਡਾ ਤੁਸੀਂ 25 ਕਿੱਲੇ ਵਾਲਾ ਭਾਲਦੇ ਹੋ, ਜੇ ਤੁਹਾਨੂੰ 5, 10, 20 ਲੱਖ ਰੁਪਈਆ ਕੁੜੀ ਦੇ ਵਿਆਹ 'ਤੇ ਖਰਚਣਾ ਪੈ ਜਾਵੇ ਤਾਂ ਤੁਸੀਂ ਉਹਨੂੰ ਦਾਜ ਦਾ ਰੂਪ ਦੇ ਦਿੰਦੇ ਹੋ। ਵਿਆਹ ਤਾਂ ਅਕਸਰ ਮੁੰਡੇ ਕੁੜੀ ਦਾ ਹੀ ਹੋਣਾ ਹੈ। ਫਿਰ ਕਿਉਂ ਤੁਸੀਂ ਇਹਨਾਂ ਰਿਸ਼ਤਿਆਂ ਦੀ, ਇਹਨਾਂ ਨੂੰ ਬਰਬਾਦੀ ਦੇ ਕੰਢੇ 'ਤੇ ਖੜਾ ਕਰ ਰਹੇ ਹੋ? ਕਿਉਂ ਤੁਸੀਂ ਆਪਣੀ ਔਕਾਤ ਦਾ, ਆਪਣੀ ਜ਼ਮੀਰ ਦਾ, ਆਪਣੀ ਸੋਚ ਦਾ ਜਲੂਸ ਕੱਢ ਰਹੇ ਹੋ? ਅੱਜ ਪੂਰੇ ਵਰਲਡ ਵਿੱਚ, ਪੂਰੇ ਸੰਸਾਰ ਵਿੱਚ ਪੰਜਾਬੀਆਂ ਦੀ ਬੜੀ ਇਸ ਵਿਸ਼ੇ 'ਤੇ ਖਾਸ ਕਰ ਥੂ ਹੋ ਰਹੀ ਹੈ ਕਿ ਪੰਜਾਬੀ ਅਮਰੀਕਾ ਕੈਨੇਡਾ ਸੈੱਟ ਹੋਣ ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਨੇ। ਕਿਸੇ ਵੀ ਹੱਦ ਤੱਕ, ਮਤਲਬ ਕਿਸੇ ਵੀ ਹੱਦ ਤੱਕ ਮਾਸੀ ਦੀ ਕੁੜੀ ਨਾਲ, ਭੂਆ ਦੀ ਕੁੜੀ ਨਾਲ, ਚਾਚੇ ਰਿਸ਼ਤੇ 'ਚ ਲੱਗਦੇ ਚਾਚੇ ਤਾਏ ਦੀ ਕੁੜੀ ਨਾਲ। ਹੋਰ ਤਾਂ ਹੋਰ ਇਹ ਵੀ ਖਬਰਾਂ ਆਈਆਂ ਸੀ ਕਿ ਨੂੰਹ ਨੇ ਆਪਣੀ ਭੈਣ ਆਪਣੇ ਸਹੁਰੇ ਨਾਲ ਵਿਆਹ ਕੇ ਕੈਨੇਡਾ ਬੁਲਾਈ। ਉਹ ਬੱਸ ਕਰੋ ਭਰਾਵੋ, ਬੱਸ ਕਰੋ, ਬਹੁਤ ਹੋ ਗਿਆ, ਬਹੁਤ ਘਿਰ ਲਏ ਅਸੀਂ। ਠੀਕ ਆ, ਪੈਸਾ ਕਮਾਉਣਾ ਹਰ ਇੱਕ ਬੰਦੇ ਦਾ ਹੱਕ ਹੈ, ਉਹਦਾ ਅਧਿਕਾਰ ਹੈ, ਉਹਦੀ ਡਿਊਟੀ ਹੈ। ਉਹ ਆਪਣੇ ਪਰਿਵਾਰ ਲਈ ਸਾਰੇ ਕਰਦੇ ਨੇ, ਸਾਰੇ ਕਮਾਈਆਂ ਕਰਦੇ ਨੇ, ਪਰ ਪੈਸਾ ਉਸ ਢੰਗ ਦਾ ਕਮਾਓ ਕਿ ਤੁਹਾਨੂੰ ਜ਼ਿੰਦਗੀ ਭਰ ਉਹਦੇ ਨਾਲ ਚੈਨ ਨਾਲ ਸੌਂ ਸਕੋ। ਪੈਸਾ ਉਸ ਤਰੀਕੇ ਦਾ ਕਮਾਓ ਕਿ ਤੁਹਾਨੂੰ ਤੋਏ ਤੋਂ ਨਾ ਹੋਣੀ ਪਵੇ। ਅੱਜ ਜਿਹੜੇ ਪੈਸਾ ਕਮਾਉਣ ਗਏ ਸੀ, ਉਹਨਾਂ ਦੇ TV ਚੈਨਲਾਂ 'ਤੇ ਉਹਨਾਂ ਦੇ ਪਰਿਵਾਰਾਂ ਦਾ, ਉਹਨਾਂ ਦੇ ਰਿਸ਼ਤਿਆਂ ਦਾ, ਉਹਨਾਂ ਦੇ ਖਾਨਦਾਨਾਂ ਦਾ ਕੀ ਜਲੂਸ ਨਿਕਲ ਗਿਆ। ਜਿਹੜੇ ਪੰਜਾਬੀ ਕਹਿੰਦੇ ਸੀ ਸਾਡੀ ਧੀ, ਜਿਹੜੇ ਪੰਜਾਬੀ ਹੁਣ ਵੀ ਕਹਿੰਦੇ ਨੇ ਵੀ ਪੰਜਾਬ ਦੇ ਸਾਡੀ ਧੀ ਜੋ ਸਾਡੇ ਘਰ ਸਾਂਝੀ ਰੱਖਿਆ, ਉਸ ਨੂੰ ਰੋਟੀ ਵੀ ਨਹੀਂ ਫੜਾਊਗੀ। ਪਰ ਜਦੋਂ ਜਵਾਨ ਹੁੰਦੀ ਆ 15, 18, 20 ਸਾਲ ਦੀ, ਅਸੀਂ ਪਾਲ ਪੋਲ ਕੇ ਜਵਾਨ ਕਰਕੇ ਉਹਨੂੰ ਜਹਾਜ਼ ਚੜਾ ਦਿੰਦੇ 25, 30, 40 ਲੱਖ ਲੈ ਜਾ ਧੀਏ ਐਸ਼ ਕਰ। ਉਦੋਂ ਸਾਡੀ ਆਣ ਕਿੱਥੇ ਚਲੇ ਜਾਂਦੀ ਆ ਬਈ? ਤੁਸੀਂ ਇੱਥੇ ਉਹਦੀ ਪਲ ਪਲ ਰੱਖੀ ਰੱਖਦੇ ਸੀ, ਹਾਲਾਂਕਿ ਇੱਥੇ ਉਹਨੂੰ ਡਰ ਹੁੰਦਾ ਆਂਢ ਗੁਆਂਢ ਦਾ, ਚਾਚੇ ਤਾਇਆਂ ਦਾ, ਮੁਹੱਲੇ ਦਾ, ਪਰਿਵਾਰ ਦਾ, ਪਿੰਡ ਦਾ। ਪਰ ਉੱਥੇ ਤਾਂ ਉਹਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ। ਜਦ ਉੱਥੇ ਇਹ ਚਲੇ ਜਾਂਦੀ ਹੈ, ਫਿਰ ਤੁਸੀਂ ਕਹਿੰਦੇ ਹੋ ਇਹ ਉੱਥੇ ਦਾ ਕਲਚਰ ਹੈ ਯਾਰ, ਸਾਰੇ ਬੱਚੇ ਐਂ ਕਰਦੇ ਨੇ। ਸਾਰੇ ਕੌਣ? ਸਾਰਿਆਂ ਵਿੱਚ ਅਸੀਂ ਖੁਦ ਵੀ ਆਉਂਦੇ ਹਾਂ। ਸਾਨੂੰ ਸਾਰਿਆਂ ਨੂੰ ਇਸ ਵਿਸ਼ੇ ਨੂੰ ਸੁਧ ਲੈ ਕੇ ਚੱਲਣਾ ਚਾਹੀਦਾ ਕਿ ਅਸੀਂ ਜੋ ਕਰ ਰਹੇ ਹਾਂ ਕਿਸ ਤਰੀਕੇ ਦਾ ਕਰ ਰਹੇ ਹਾਂ, ਅਸੀਂ ਜੋ ਕਰ ਰਹੇ ਹਾਂ ਕਿਸ ਲਈ ਕਰ ਰਹੇ ਹਾਂ। ਜਦੋਂ ਲਵਪ੍ਰੀਤ ਵਾਲੇ ਕੇਸ ਵਾਂਗੂ ਜ਼ਿੰਦਗੀ ਦਾ ਐਂਡ ਹੋ ਜਾਂਦਾ ਹੈ, ਜਦੋਂ ਬੇਅੰਤ ਕੌਰ ਵਾਲੇ ਕੇਸ ਨੂੰ ਬਦਨਾਮੀ ਦਾ, ਜੋ ਬੇਅੰਤ ਕੌਰ ਦੇ ਕੇਸ ਵਾਂਗਰ ਬਦਨਾਮੀ ਦਾ ਅੰਤ ਹੋ ਜਾਂਦਾ, ਉਦੋਂ ਅਸੀਂ ਬੜਾ ਫਿਰ ਹੁੱਭ ਕੇ ਕਹਿੰਦੇ ਹਾਂ ਕੁਛ ਨਹੀਂ ਰੱਖਿਆ ਕੈਨੇਡਾ ਵਿੱਚ, ਕੁਛ ਨਹੀਂ ਰੱਖਿਆ ਅਮਰੀਕਾ ਵਿੱਚ। ਪਰ ਜਦੋਂ ਸ਼ੁਰੂਆਤ ਕਰਦੇ ਹਾਂ ਸਾਨੂੰ ਖੰਭ ਲੱਗੇ ਹੁੰਦੇ ਨੇ ਅੰਬਰਾਂ 'ਤੇ ਉੱਡਣ ਦੇ, ਕੈਨੇਡਾ ਜਾਵਾਂਗੇ, ਐਂ ਕਰਾਂਗੇ, ਉਹ ਕਰਾਂਗੇ। ਪਹਿਲਾਂ ਕਦੇ ਵਕਤ ਹੁੰਦਾ ਸੀ ਕੈਨੇਡਾ ਜਾਂ ਬਾਹਰਲੇ ਕੰਟਰੀ ਵਿੱਚ ਬੰਦਾ ਜਾਂਦਾ ਸੀ, ਉਹ ਕਮਾਈ ਕਰਕੇ ਵਾਪਸ ਆਉਂਦਾ ਸੀ, ਉਹਦਾ ਪਰਿਵਾਰ ਇੱਧਰ ਹੁੰਦਾ ਸੀ। ਪਰ ਹੁਣ ਸਾਡਾ ਜ਼ਮਾਨਾ ਬਿਲਕੁਲ ਪੰਜਾਬੀਆਂ ਨੇ ਸੋਚ ਚੇਂਜ ਕਰਤੀ, ਉੱਧਰ ਜਾਣਾ ਹੀ PR ਹੋਣ ਲਈਆਂ। ਢੱਠੇ ਖੂਹ ਵਿੱਚ ਜਾ ਕੇ ਪੰਜਾਬ, ਪੰਜਾਬੀ, ਪੰਜਾਬੀਅਤ ਗੱਲਾਂ ਨਾਲ ਅਸੀਂ ਬੜੇ ਡਰਾਮੇ ਕਰਦੇ ਹਾਂ, ਬੜੇ ਦਾਅਵੇ ਕਰਦੇ ਹਾਂ ਅਸੀਂ ਪੰਜਾਬੀ ਐਂ ਹੁੰਦੇ ਹਾਂ, ਅਸੀਂ ਪੰਜਾਬੀ ਅਣਖਲੀਆਂ ਐਂ ਕਰ ਦਿੰਦੇ ਹਾਂ। ਪਰ 18-20 ਸਾਲ ਦੀ ਕੁੜੀ ਨੂੰ, ਇਕੱਲੀ ਨੂੰ ਜਦੋਂ ਜਹਾਜ਼ ਚੜਾਉਂਦੇ ਆ, ਉਦੋਂ ਸਾਡੀਆਂ ਅਣਖਾਂ ਭੁੱਲ ਜਾਂਦੀਆਂ। ਕਿਸੇ ਤੀਜੇ ਬੰਦੇ ਨੂੰ ਏਅਰਪੋਰਟ ਦੇ ਹੱਥ ਫੜਾ ਕੇ ਆ ਜਾਂਦੇ ਆ, ਲੈ ਕਾਕਾ ਸਾਡੀ ਕੁੜੀ ਦਾ ਧਿਆਨ ਰੱਖੀ,
ਉਹ ਭਲਿਓ ਮਾਨਸੋ ਵੇਲਣਾ ਉਮਰਾਂ ਨੇ 18 ਤੋਂ 25 ਸਾਲ ਦੀ ਉਮਰ ਅਜਿਹੀ ਆ ਕਿ ਬੰਦਾ ਕਿਸੇ ਟਾਈਮ ਵੀ ਕਿਸੇ ਵਕਤ ਵੀ ਇਸ ਜ਼ਿੰਦਗੀ ਦੇ ਮੋੜ ਤੇ ਤਿਲਕ ਸਕਦਾ। ਉਹ ਧੀ ਚਾਹੇ ਸਾਡੀ ਹੈ, ਚਾਹੇ ਕਿਸੇ ਦੀ ਹੈ, ਚਾਹੇ ਕਿਸੇ ਦੀ ਵੀ ਆ, ਚਾਹੇ ਮੁੰਡਾ ਹੈ, ਇਹ ਜਵਾਨੀ ਦੀ ਅੱਲੜ ਉਮਰ ਵਿੱਚ ਆਪ ਉਹ ਤਿਲਕ ਕੇ ਆਪਣੀ ਤੇ ਧੱਬਾ ਵੀ ਲਵਾ ਸਕਦੇ ਨੇ ਔਰ ਕਿਤੇ ਨਾ ਕਿਤੇ ਕਾਮਯਾਬ ਵੀ ਹੋ ਸਕਦੇ ਨੇ। ਮੈਂ ਸਾਰੇ ਨਹੀਂ ਕਹਿੰਦਾ ਵੀ ਧੀਆਂ ਮੁੰਡੇ ਕੁੜੇ ਸਾਰੇ ਚੰਗੇ ਬਹੁਤ ਨੇ ਚੰਗੇ, ਚੰਗਿਆਂ ਦੀ ਕਮੀ ਨਹੀਂ, ਕੁੜੀਆਂ ਦੀ ਚੰਗਿਆਂ ਦੀ ਕਮੀ ਨਹੀਂ, ਮੁੰਡਿਆਂ ਦੀ ਚੰਗਿਆਂ ਦੀ ਕਮੀ ਨਹੀਂ, ਪਰ ਕੁਛ ਬਹੁਗਿਣਤੀ ਲੋਕ ਅਜਿਹੇ ਨੇ ਕਿ ਉਹਨਾਂ ਨੂੰ ਜ਼ਿੰਦਗੀ ਦੇ ਮਾਇਨਿਆਂ ਦਾ ਨਹੀਂ ਪਤਾ। 18 ਸਾਲ ਦੇ ਬੱਚੇ ਨੂੰ ਜ਼ਿੰਦਗੀ ਦੇ ਅਲਜਬਰੇ ਬਾਰੇ ਕੀ ਪਤਾ? ਇੱਕ 18 ਸਾਲ ਦੀ ਧੀ ਕੀ ਸੋਚੂਗੀ, ਕੀ ਸਮਝ ਸਕਦੀ ਹੈ ਕਿ ਵਿਆਹ ਕੀ ਚੀਜ਼ ਹੁੰਦੀ ਹੈ, ਰਿਸ਼ਤਾ ਕੀ ਚੀਜ਼ ਹੁੰਦਾ? ਕਿਉਂਕਿ ਆਈਲੈਟਸ ਕਰਕੇ ਉਹ ਸਿਰਫ ਮਹੀਨੇ 2 ਮਹੀਨੇ ਆਪਣੇ ਇੱਧਰ ਜਿਸ ਤਰ੍ਹਾਂ ਉਹ ਪੈਸੇ ਵਾਲੇ ਮੁੰਡੇ ਨਾਲ ਵਿਆਹੀ ਹੈ ਰਹੀ, ਉਸ ਤੋਂ ਬਾਅਦ ਉਹ ਕੈਨੇਡਾ ਉਡਾਰੀ ਮਾਰ ਗਈ। ਉਹ 2 ਮਹੀਨਿਆਂ ਵਿੱਚ ਕੀ ਸਮਝੂਗੀ? ਕੀ ਸੱਸ ਹੁੰਦੀ ਆ, ਕੀ ਨਣਦ ਹੁੰਦੀ ਆ, ਕੀ ਭੂਆ ਹੁੰਦੀ ਆ, ਕੀ ਆਂਢਾਂ ਗੁਆਂਢਾਂ ਹੁੰਦੀਆਂ ਨੇ, ਕੀ ਨਣਦਾਂ ਹੁੰਦੀਆਂ ਨੇ, ਨਹੀਂ ਸਮਝੂਗੀ ਨਾ। ਫਿਰ ਸਾਰਾ ਕਸੂਰ ਉਹਨਾਂ ਧੀਆਂ ਦਾ ਵੀ ਨਹੀਂ, ਸਾਰਾ ਕਸੂਰ ਉਹਨਾਂ ਮੁੰਡਿਆਂ ਦਾ ਵੀ ਨਹੀਂ, ਜਿਹੜੇ ਉੱਥੇ ਜਾ ਕੇ ਵਿਗੜ ਜਾਂਦੇ ਨੇ ਜਾਂ ਕਹਿ ਦਈਏ ਵੀ ਆਪਣੀ ਜ਼ਿੰਦਗੀ ਤੋਂ ਭਟਕ ਜਾਂਦੇ ਨੇ। ਕਸੂਰ ਸਾਡਾ ਲੋਕਾਂ ਦਾ, ਸਾਡੇ ਜਿਨ੍ਹਾਂ ਨੇ ਉਮਰਾਂ ਭੋਗੀਆਂ ਹੋਈਆਂ ਮਾਂ-ਬਾਪ ਦਾ ਹੈ, ਉਹਨਾਂ ਰਿਸ਼ਤਿਆਂ ਦਾ, ਉਹਨਾਂ ਸਾਡੇ ਆਲੇ ਦੁਆਲੇ ਦਾ, ਜਿਨ੍ਹਾਂ ਦੇ ਪਿੱਛੇ ਲੱਗ ਕੇ ਅਸੀਂ ਐਸੇ ਕਦਮ ਚੁੱਕ ਰਹੇ ਹਾਂ। ਸੋ ਦੋਸਤੋ, ਜ਼ਮੀਰਾਂ ਨੂੰ ਮਾਰ ਕੇ ਪੈਸਾ ਨਾ ਕਮਾਓ। ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਕਿ ਪੰਜਾਬੀ ਤੇ ਪੰਜਾਬੀਆਂ ਤੇ ਲੱਗ ਰਹੇ ਇਸ ਕਲੰਕ ਨੂੰ ਬਚਾਉਣ ਦੀ ਕੋਸ਼ਿਸ਼ ਕਰੋ। ਆਓ ਆਪਣੇ ਤੇ ਲੱਗੇ ਇਸ ਦਾਗ ਨੂੰ ਧੋਣ ਦੇ ਲਈ ਇੱਕ ਤਹਈਆ ਕਰੀਏ, ਇੱਕ ਦੂਜੇ ਦਾ ਸਾਥ ਦਈਏ ਤੇ ਅੱਗੇ ਤੋਂ ਲੋਕਾਂ ਨੂੰ ਅਗਾਹ ਕਰੀਏ ਕਿ ਸਹੀ ਰਸਤੇ ਬਣਾ ਕੇ ਹੀ ਬਾਹਰਲੇ ਮੁਲਕਾਂ ਨੂੰ ਜਹਾਜ਼ ਚੜ੍ਹਿਆ ਜਾਵੇ। ਅੱਜ ਲਈ ਸਿਰਫ ਇੰਨਾ ਹੀ। ਸਤਿ ਸ਼੍ਰੀ ਅਕਾਲ ਦੋਸਤੋ, ਧੰਨਵਾਦ।